ਹਉਮੈ ਬੂਝੈ ਤਾਂ ਦਰ ਸੂਝੈ। ਜਿਹੜਾ ਹਉ ਨੂੰ ਬੁੱਝ ਲੈਂਦਾ ਹੈ ਉਹਨੂੰ ਦਰਵਾਜ਼ੇ ਦਾ ਪਤਾ ਲੱਗ ਜਾਂਦਾ ਹੈ। ਮੁਕਤੀ ਦੇ ਦਰਵਾਜ਼ੇ ਦਾ, ਕਿਉਂਕਿ ਹਉ ਬੰਧਨ ਹੈ ਤੇ ਬੰਧਨ ਦਾ ਪਤਾ ਲੱਗ ਗਿਆ ਜਿਹਨੂੰ ਵੀ ਮੈਂ ਬੰਧਿਆ ਹੋਇਆ ਹਾਂ। ਜਿਹੜੀ ਚੀਜ਼ ਨਾਲ ਬੰਧਿਆ ਹੋਇਆ ਹਾਂ ਉੱਥੋਂ ਹੀ ਛੁੱਟਣਾ ਹੈ ਨਾ। ਜਿਹੜੇ ਰੱਸੇ ਨਾਲ, ਜਿਹੜੇ ਕਿੱਲੇ ਦੇ ਨਾਲ ਬੰਧਿਆ ਹੈ ਜਿਹੜਾ ਵੀ ਕੋਈ, ਉਹ ਬੰਧਨ ਹੀ ਖੋਲ੍ਹਣਾ ਹੈ ਨਾ। ਤੇ ਜਿੱਥੇ ਜਿੱਥੇ ਕੋਈ ਬੰਧਿਆ ਹੈ, ਪਹਿਲਾਂ ਹਉ ਦੇ ਨਾਲ ਬੰਧਾ ਹੈ, ਫਿਰ ਹਉ ਤੋਂ ਬਾਹਰ ਵਿਸਥਾਰ ਹੋਇਆ ਹੈ ਹਉ ਦਾ। ਤੋਂ ਬਾਹਰ ਬੰਧਿਆ ਹੋਇਆ ਹੈ ਉਹ ਹਉ ਦਾ ਹੀ ਵਿਸਥਾਰ ਬਾਹਰ ਮੋਹ ਹੈ, ਮਮਤਾ ਹੈ, ਆਪਣਾ ਹੈ, ਆਪਣੇ ਹਨ, ਸੰਗੀ ਹਨ, ਸਾਥੀ ਹਨ, ਕੁਛ ਵਿਰੋਧੀ ਹਨ, ਬੇਗਾਨੇ ਹਨ। ਉਹ ਮੈਂ ਤੋਂ ਹੀ ਵਿਸਥਾਰ ਹੋਇਆ ਬਾਹਰ ਤੇ ਬਾਹਰ ਵਧਿਆ ਗਿਆ। ਤੇ ਬੰਧਨ ਦਾ ਪਤਾ ਲੱਗ ਜਾਵੇ, ਬੁੱਝਣ ਦਾ ਭਾਵ ਹੈ ਬਿਮਾਰੀ ਦਾ ਪਤਾ ਲੱਗ ਜਾਵੇ। ਜਿਵੇਂ ਬਾਬੇ ਨਾਨਕ ਨੇ ਸ਼ੁਰੂ 'ਚ ਕਿਹਾ ਹੈ ਨਾ, ਨਾਨਕ ਹੁਕਮੇ ਜੇ ਬੁੱਝੈ ਤਾਂ ਹਉਮੈ ਕਹੈ ਨਾ ਕੋਈ। ਕਹਿੰਦੇ ਹੁਕਮ ਨੂੰ ਬੁੱਝ ਲਵੇ ਤੇ ਹਉ ਨਹੀਂ ਕਹਿੰਦਾ ਹੈ ਕੋਈ ਮੈਂ ਹਾਂ। ਫਿਰ ਉਹ ਰਹਿੰਦਾ ਨਹੀਂ ਹੈ, ਕਹਿੰਦਾ ਨਹੀਂ ਹੈ, ਇਹ ਗੱਲ ਵੱਖਰੀ ਹੈ। ਬਹੁਤ ਸਾਰੇ ਕਹਿੰਦੇ ਹਨ ਵੀ ਮੈਂ ਨਹੀਂ ਹਾਂ। ਪਰ ਉਹਦਾ ਸਿਰਫ ਕਹਿਣਾ ਹੀ ਨਹੀਂ ਹੈ, ਉਹ ਬੁੱਝ ਲੈਂਦਾ ਹੈ। ਤੇ ਜਿਹੜਾ ਬੁੱਝ ਲੈਂਦਾ ਹੈ ਨਾ ਤੇ ਉਹ ਹੀ ਜਾਣ ਲੈਂਦਾ ਹੈ ਵਾਸਤਵਿਕਤਾ ਨੂੰ, ਸੱਚ ਨੂੰ। ਪਰ ਹੁਕਮ ਨੂੰ ਬੁੱਝਣਾ ਤੇ ਔਖਾ ਹੈ। ਪਰਮਾਤਮਾ ਦਾ ਹੁਕਮ, ਪਰਮਾਤਮਾ ਹੀ ਬਹੁਤ ਵੱਡਾ ਹੈ ਤੇ ਉਹਦੇ ਹੁਕਮ ਕਿੱਡਾ ਵੱਡਾ ਹੈ। ਪਰ ਹਉਮੈ ਨੂੰ ਬੁੱਝਣਾ, ਹਉਮੈ ਬੂਝੈ ਤਾਂ ਦਰ ਸੂਝੈ। ਇਹ ਸਿਖਾਲਾ ਹੈ। ਵੀ ਮੈਂ ਕੌਣ ਹਾਂ। ਹਉਮੈ ਤੇ ਹਉਮੈ ਨੂੰ ਆਦਮੀ ਮੈਂ ਨੂੰ, ਹਉ ਨੂੰ ਸਜਾਉਂਦਾ ਰਹਿੰਦਾ ਹੈ। ਤੇ ਹਰ ਇੱਕ ਕੋਈ ਜਾਣਦਾ ਤਾਂ ਹੈ ਮੈਂ ਕੌਣ ਹਾਂ, ਤੇ ਦੱਸਦਾ ਵੀ ਰਹਿੰਦਾ ਹੈ ਦੁਨੀਆ ਨੂੰ ਮੈਂ ਕੌਣ ਹਾਂ, ਘੋਸ਼ਣਾ ਵੀ ਕਰਦਾ ਰਹਿੰਦਾ। ਅਗਰ ਮੈਂ ਨੂੰ ਛੱਡਣ ਦੀ ਵੀ ਗੱਲ ਕਰਦਾ ਹੈ ਨਾ, ਉਹਦੇ ਪਿੱਛੇ ਵੀ ਮੈਂ ਹੀ ਕੰਮ ਕਰਦੀ। ਇਸੇ ਲੜੀ ਤਹਿਤ ਇੱਕ ਦੂਸਰੇ ਗਰੁੱਪ ਦੇ ਵਿੱਚ ਸਵਾਲ ਵੀ ਆਇਆ ਹੈ। ਸਤਿ ਸ੍ਰੀ ਅਕਾਲ ਬਾਬਾ ਜੀ, ਇੱਕ ਦੋਸ਼ ਹੈ ਜੀ ਮੇਰੇ ਅੰਦਰ, ਤਾਂ ਮੈਂ ਦੀ ਬਹੁਤ ਵੱਡੀ ਮੂਰਤ ਬਣੀ ਹੋਈ ਹੈ ਜੀ, ਇਸ ਨੂੰ ਕਿੱਦਾਂ ਤੋੜਾਂ। ਉਹ ਕਹਿ ਰਿਹਾ ਵੀ ਮੈਂ ਦੀ ਬਹੁਤ ਵੱਡੀ ਮੂਰਤ ਬਣੀ ਹੋਈ ਹੈ ਜੀ, ਇਸ ਨੂੰ ਕਿਵੇਂ ਤੋੜਾਂ। ਤੇ ਜਿਹੜਾ ਇਹ ਸੋਚ ਰਿਹਾ ਹੈ ਨਾ
ਵੀ ਮੈਂ ਦੀ ਬਹੁਤ ਵੱਡੀ ਮੂਰਤ ਬਣੀ ਹੋਈ ਹੈ ਜੀ, ਇਹਨੂੰ ਕਿਵੇਂ ਤੋੜਾਂ? ਇਹੀ ਹੀ ਮੈਂ ਹੈ। ਤੋੜਨ ਵਾਸਤੇ ਵੀ ਮੈਂ ਹੀ ਸੋਚ ਰਹੀ ਹੈ, ਤੇ ਫਿਰ ਤੋੜਨੀ ਕਿਉਂ ਹੈ ਮੂਰਤ? ਕਿਉਂਕਿ ਸਚਿਆਰ ਹੋਣਾ ਹੈ, ਤੇ ਸਚਿਆਰ ਹੋਣ ਦੀ ਆਕਾਂਸ਼ਾ ਵੀ ਹਉਂ ਦੇ ਵਿੱਚੋਂ ਹੀ ਉੱਠ ਰਹੀ ਹੈ। ਹਉਂ ਵਿੱਚ ਸਚਿਆਰ, ਹਉਂ ਵਿੱਚ ਕੂੜਿਆਰ, ਹਉਂ ਵਿੱਚ ਪਾਪ ਪੁੰਨ ਵਿਚਾਰ, ਸਭ ਕੁਛ ਹਉਂ ਵਿੱਚ ਚੱਲ ਰਿਹਾ ਹੈ। ਹਉਂ ਵਿੱਚ ਨਰਕ ਸੁਰਗ ਵਿੱਚ ਅਵਤਾਰ, ਤੇ ਸਭ ਕੁਛ ਹਉਂ ਵਿੱਚ ਹੀ ਚੱਲ ਰਿਹਾ ਹੈ। ਤੁਹਾਡਾ ਸਵਾਲ ਜਿਹੜਾ ਹੈ ਨਾ, ਇਹ ਵੀ ਉਸ ਹਉਂ ਦੇ ਵਿੱਚੋਂ ਹੀ ਉੱਠਿਆ ਹੈ ਕਿ ਮੇਰੀ ਬਹੁਤ ਵੱਡੀ ਮੂਰਤ ਬਣ ਗਈ ਹੈ, ਮੈਂ ਉਹਨੂੰ ਕਿਵੇਂ ਤੋੜਾਂ? ਤੋੜਨਾ ਕੋਈ ਔਖਾ ਨਹੀਂ ਹੈ, ਕਿਉਂਕਿ ਇਹ ਕੋਈ ਸੰਗਮਰਮਰ ਦੀ ਮੂਰਤੀ ਨਹੀਂ ਬਣ ਗਈ। ਉਹਨੂੰ ਵੀ ਤੋੜ ਦਿੰਦੇ ਹਨ ਲੋਕ, ਜਿੱਡੀ ਪੱਕੀ ਮਰਜ਼ੀ ਹੋਵੇ। ਤੇ ਇੱਕ ਸਿਰਫ ਖਿਆਲਾਂ ਦੀ ਮੂਰਤੀ ਬਣਾਈ ਹੈ ਨਾ ਤੁਸੀਂ, ਇਹ ਕੋਈ ਵਾਸਤਵਿਕ ਥੋੜ੍ਹੀ ਹੈ। ਜੋ ਮੂਰਤ ਤੁਸੀਂ ਅੰਦਰ ਬਣਾਉਂਦੇ ਹੋ, ਆਪਣਾ ਸਰੂਪ, ਆਪਣੀ ਹਸਤੀ ਘੜਦੇ ਹੋ, ਉਹ ਹਸਤੀ ਕੋਈ ਵਾਸਤਵਿਕ ਥੋੜ੍ਹੀ ਹੈ, ਸਿਰਫ ਖਿਆਲਾਂ ਦੀ ਹੈ। ਤੁਸੀਂ ਸੋਚ ਲੈਂਦੇ ਹੋ ਆਪਣੇ ਬਾਰੇ ਕੁਛ, ਖਿਆਲ ਕਰ ਲੈਂਦੇ ਹੋ ਮੈਂ ਇਹ ਹਾਂ, ਉਹ ਹਸਤੀ ਨੂੰ ਨਿਰਮਿਤ ਕਰ ਲੈਂਦੇ ਹੋ। ਤੇ ਸਿਰਫ ਖਿਆਲਾਂ ਦੀ ਹੈ, ਇਸ ਕਰਕੇ ਰੋਜ਼ ਰੋਜ਼ ਬਣਾਉਣੀ ਵੀ ਪੈਂਦੀ ਹੈ, ਤੇ ਰੋਜ਼ ਰੋਜ਼ ਤੁਹਾਡੀ ਹਸਤੀ ਟੁੱਟਦੀ ਵੀ ਹੈ। ਫਿਰ ਤੁਸੀਂ ਬਣਾਉਂਦੇ ਹੋ। ਖਿਆਲ ਵਿੱਚ ਰੱਖੋ, ਹਉਂ ਕੋਈ ਥਿਰ ਚੀਜ਼ ਨਹੀਂ ਹੈ। ਹਉਂ ਡਾਵਾਂਡੋਲ ਹੁੰਦੀ ਰਹਿੰਦੀ ਹੈ ਤੁਹਾਡੀ ਹਰ ਵਕਤ, ਇਸ ਕਰਕੇ ਤੁਸੀਂ ਡਰੇ ਵੀ ਰਹਿੰਦੇ ਹੋ। ਜਦੋਂ ਹਉਂ ਮਿਟਦੀ ਹੈ ਨਾ, ਆਦਮੀ ਬਹੁਤ ਡਰਦਾ ਹੈ ਵੀ ਮੈਂ ਮਿਟ ਤੇ ਨਾ ਜਾਊਂਗਾ। ਜਦੋਂ ਧਿਆਨ ਦੇ ਗਹਿਰੇ ਕੋਈ ਅਨੁਭਵ ਦੇ ਵਿੱਚ ਉਤਰਦਾ ਹੈ ਨਾ, ਉਦੋਂ ਵੀ ਡਰ ਲੱਗਦਾ ਹੈ, ਕਿਉਂਕਿ ਉਦੋਂ ਵੀ ਹਉਂ ਮਿਟਦੀ ਹੈ। ਹਉਂ ਦੇ ਮਿਟਣ ਦਾ ਵੀ ਡਰ ਹੈ ਆਦਮੀ ਨੂੰ, ਇਸ ਕਰਕੇ ਤੇ ਬਣਾਉਂਦਾ ਹੈ। ਤੇ ਰੋਜ਼ ਰੋਜ਼ ਬਣਾਉਣੀ ਪੈਂਦੀ ਹੈ, ਰੋਜ਼ ਰੋਜ਼ ਸਥਾਪਿਤ ਕਰਨੀ ਪੈਂਦੀ ਹੈ, ਦੱਸਣਾ ਪੈਂਦਾ ਹੈ ਵੀ ਮੈਂ ਕੌਣ ਹਾਂ। ਘਰ ਦੇ ਵਿੱਚ ਵੀ ਦੱਸਣਾ ਪੈਂਦਾ ਹੈ ਬੱਚਿਆਂ ਨੂੰ, ਮੈਂ ਤੁਹਾਡਾ ਪਿਤਾ ਹਾਂ। ਘਰ ਵਾਲੀ ਨੂੰ ਵੀ ਦੱਸਣਾ ਪੈਂਦਾ ਹੈ ਕਿਸੇ ਨਾ ਕਿਸੇ ਬਹਾਨੇ ਵੀ ਮੇਰੀ ਚੱਲਦੀ ਹੈ। ਜਾਂ ਜਿਹਦੀ ਜ਼ਿਆਦਾ ਚੱਲਦੀ ਹੋਵੇ, ਉਹਦੀ ਜ਼ਿਆਦਾ ਹੰਕਾਰ ਹੁੰਦਾ, ਉਹ ਜ਼ਿਆਦਾ ਦੱਸਦਾ ਹੈ ਜਾਂ ਦੱਸਦੀ ਹੈ। ਤੇ ਹਰ ਇੱਕ ਦੂਸਰੇ ਨੂੰ ਦੱਸ ਰਿਹਾ ਹੈ ਮੈਂ ਕੌਣ ਹਾਂ, ਕਿਸੇ ਨਾ ਕਿਸੇ ਢੰਗ ਦੇ ਨਾਲ। ਹਾਂ, ਦੂਸਰਾ ਵੀ ਬੇਹੋਸ਼ ਹੈ, ਇੱਕ ਦੂਸਰੇ ਨੂੰ ਦੱਸੀ ਜਾਂਦੇ ਹਨ। ਸਮਝਦਾ ਤੇ ਕੋਈ ਵੀ ਨਹੀਂ ਹੈ ਤੂੰ ਕੌਣ ਹੈ। ਹਰ ਇੱਕ ਤੇ ਆਪਣੇ ਆਪ ਨੂੰ ਸ੍ਰੇਸ਼ਟ ਸਮਝ ਰਿਹਾ ਹੈ, ਭਾਵੇਂ ਦੂਸਰਾ ਦਿਖਾਵੇ ਵੀ। ਤੁਸੀਂ ਝੁਕ ਵੀ ਜਾਓ ਨਾ ਦੂਸਰੇ ਦੇ ਸਾਹਮਣੇ ਵੀ ਠੀਕ ਹੈ, ਤੇ ਝੁਕਣ ਦੇ ਵਿੱਚ ਵੀ ਹੰਕਾਰ ਹੀ ਹੁੰਦਾ। ਤੇ ਹਰ ਇੱਕ ਕੋਈ ਕਰ ਹੀ ਰਿਹਾ ਹੈ, ਇੱਦਾਂ ਕਹਿੰਦਾ ਬੁੱਧੂ ਬਣਾ। ਤੇ ਝੁਕ ਗਿਆ, ਤੇ ਝੁਕ ਕੇ ਵੀ ਲੋਕ ਬੁੱਧੂ ਬਣਾ ਦਿੰਦੇ ਹਨ, ਤੇ ਅੱਗੇ ਜਾ ਕੇ ਹੱਸਦੇ ਹਨ ਵੀ ਦੇਖੋ। ਤੇ ਹਸਤੀ ਤੇ ਹਰ ਵਕਤ ਹੀ ਟੁੱਟ ਰਹੀ ਹੈ ਤੁਹਾਡੀ, ਹਰ ਵਕਤ ਹੀ ਤੋੜੀ ਜਾ ਰਹੀ ਹੈ। ਹਸਤੀ ਨੂੰ ਸਥਾਪਿਤ ਕਰਨਾ ਪੈਂਦਾ ਹੈ। ਫਿਰ ਜਿੰਨੀ ਵੱਡੀ ਹਸਤੀ ਬਣੂਗੀ ਨਾ ਆਦਮੀ ਦੀ, ਓਨਾ ਗੁੱਸਾ ਵੀ ਜ਼ਿਆਦਾ ਆਉਂਦਾ ਹੈ, ਨਾਰਾਜ਼ਗੀ ਵੀ ਜ਼ਿਆਦਾ ਹੁੰਦੀ ਹੈ। ਤੁਸੀਂ ਦੇਖਿਆ ਹੈ ਨਾ, ਸਰਕਾਰੀ ਮੁਲਾਜ਼ਮਾਂ ਨੂੰ ਅਗਰ ਛੂਟ ਸਰਕਾਰ ਦਿੰਦੀ ਹੈ ਵੀ ਤੁਸੀਂ ਆਪਣੀ ਤਾਕਤ ਪੂਰੀ ਵਰਤ ਸਕਦੇ ਹੋ ਪਬਲਿਕ ਉੱਤੇ, ਤੇ ਉਹਨਾਂ ਦੇ ਅੰਦਰ ਹੋਰ ਕ੍ਰੋਧ ਆ ਜਾਂਦਾ ਹੈ।
ਫਿਰ ਉਹਨਾਂ ਨੂੰ ਤੁਸੀਂ ਮਾੜੀ ਜੀ ਵੀ ਗੱਲ ਕਹੋਗੇ ਨਾ, ਉਸੇ ਵੇਲੇ ਉਹ ਲੰਮਾ ਪਾ ਲੈਣਗੇ, ਕੁੱਟਣਾ ਸ਼ੁਰੂ ਕਰ ਦੇਣਗੇ। ਆਮ ਪਬਲਿਕ ਵੀ ਸੋਚੂਗੀ ਵੀ ਗੱਲ ਕੀ ਹੈ, ਕੱਲ੍ਹ ਅਸੀਂ ਤੁਰੇ ਫਿਰਦੇ ਸੀ ਚੰਗਾ ਭਲਾ, ਸਾਨੂੰ ਕੋਈ ਕੁਛ ਨਹੀਂ ਸੀ ਕਹਿੰਦਾ, ਅੱਜ ਇਹਨਾਂ ਦੇ ਅੰਦਰ ਕ੍ਰੋਧ ਕਿਉਂ ਇੰਨਾ ਆ ਗਿਆ। ਕ੍ਰੋਧ ਇਸੇ ਕਰਕੇ ਹੀ ਆਇਆ ਹੈ ਕਿਉਂਕਿ ਉਹਨਾਂ ਨੂੰ ਪਾਵਰ ਮਿਲ ਗਈ ਹੈ ਉੱਪਰੋਂ, ਤੁਸੀਂ ਸ਼ਕਤੀ ਕਰ ਸਕਦੇ ਹੋ, ਤੁਸੀਂ ਸ਼ਕਤੀ ਕਰੋ, ਆਪਣੀ ਮਨਮਰਜ਼ੀ ਕਰੋ। ਉਹ ਹੁਣ ਆਪਣਾ ਕ੍ਰੋਧ ਜਿਹੜਾ ਹੈ ਨਾ, ਗੁੱਸਾ, ਭਾਵੇਂ ਗੁੱਸਾ ਪਿੱਛੇ ਅਫਸਰਾਂ 'ਤੇ ਹੀ ਹੋਵੇ, ਕੱਢਦਾ ਤੇ ਆਦਮੀ ਥੱਲੇ ਹੈ ਨਾ। ਹੁਣ ਅਫਸਰ 'ਤੇ ਗੁੱਸਾ ਕੱਢ ਨਹੀਂ ਸਕਦਾ ਕੋਈ ਮੁਲਾਜ਼ਮ, ਆਪਣੇ ਤੋਂ ਨੀਵੇਂ 'ਤੇ, ਨਹੀਂ ਤੇ ਪਬਲਿਕ 'ਤੇ ਕੱਢੇਗਾ। ਝੱਟ ਗੁੱਸਾ, ਨਾਰਾਜ਼ਗੀ ਹੋ ਜਾਂਦੀ। ਜਿੰਨਾ ਜ਼ਿਆਦਾ ਹੰਕਾਰੀ ਹੋਵੇਗਾ ਉਨੀ ਛੇਤੀ ਨਾਰਾਜ਼ਗੀ ਹੁੰਦੀ ਹੈ। ਅਤੇ ਕੁਝ ਸਰਕਾਰੀ ਮਹਿਕਮੇ ਐਸੇ ਹਨ, ਉਹਨਾਂ ਦੇ ਵਿੱਚ ਬਹੁਤ ਨਾਰਾਜ਼ਗੀ ਰਹਿੰਦੀ, ਕਿਉਂਕਿ ਉਹਨਾਂ 'ਚ ਪਾਵਰ ਬਹੁਤ ਹੈ ਨਾ, ਉਹ ਕੁਛ ਵੀ ਕਰ ਸਕਦੇ ਹਨ। ਹੁਣ ਤੁਸੀਂ ਜਾ ਰਹੇ ਹੋ, ਅਗਰ ਤੁਹਾਡੀ ਕੋਈ ਵੀ ਗਲਤੀ ਨਹੀਂ ਹੈ ਅਤੇ ਉਹਨਾਂ ਦੇ ਸਾਹਮਣੇ ਤੁਸੀਂ ਆਕੜ ਹੀ ਗਏ, ਘੂਰ ਕੇ ਦੇਖ ਲਿਆ ਜਾਂ ਕੁਛ ਕਹਿ ਦਿੱਤਾ, ਤੋ ਆਪਣੀ ਤਾਕਤ ਦੀ ਵਰਤੋਂ ਕਰਨਗੇ। ਉਹ ਦੱਸਣਗੇ ਅਸੀਂ ਕੌਣ ਹਾਂ, ਤੂੰ ਕੌਣ ਹੁੰਦਾ ਸਾਨੂੰ ਘੂਰਨ ਨਾਲ। ਜਿਹੜੇ ਜੇਲ੍ਹਾਂ ਦੇ ਵਿੱਚ ਜ਼ਿਆਦਾਤਰ ਮੁਜਰਮ ਹਨ ਨਾ, ਉਹ ਸਿਰਫ ਕ੍ਰੋਧ ਦਾ ਸ਼ਿਕਾਰ ਹੋ ਗਏ ਹਨ। ਉਹਨਾਂ ਨੇ ਉਹਨਾਂ ਦੇ ਸਾਹਮਣੇ ਗੁੱਸਾ ਕਰ ਲਿਆ ਜਿਨ੍ਹਾਂ ਦੇ ਸਾਹਮਣੇ ਗੁੱਸਾ ਕਰਨਾ ਨਹੀਂ ਸੀ ਚਾਹੀਦਾ। ਤੋ ਫਿਰ ਨਾ ਵੀ ਗਲਤੀ ਹੋਵੇ ਤਾਂ ਵੀ ਗਲਤੀ ਕੋਈ ਨਾ ਕੋਈ ਕੱਢ ਦਿੰਦੇ ਹਨ, ਕੋਈ ਨਾ ਕੋਈ ਦਫਾ ਲਾ ਦੇਣਗੇ, ਚੱਲ ਪਈ ਅੰਦਰ, ਉਹਨਾਂ ਦੀ ਮਰਜ਼ੀ ਹੈ, ਕੋਈ ਨਾ ਕੋਈ ਕੱਢ ਹੀ ਲੈਣਗੇ ਗਲਤੀ। ਅਤੇ ਬਹੁਤ ਮੁਜਰਮ ਇਸ ਤਰ੍ਹਾਂ ਹੀ ਬਣਦਾ ਹਨ, ਸਿਰਫ ਕ੍ਰੋਧ ਦਾ, ਗੁੱਸੇ ਦਾ ਕਰਕੇ। ਅਤੇ ਜਿਹੜੇ ਚਲਾਕ ਹਨ ਨਾ, ਥੋੜ੍ਹੇ ਜਿਹੇ ਚਤਰ ਹਨ, ਹੰਕਾਰੀ ਤੇ ਉਹ ਵੀ ਹੁੰਦੇ ਹਨ, ਉਹਨਾਂ ਨੂੰ ਪਤਾ ਹੈ ਵੀ ਇਹਨਾਂ ਦੀ ਥੋੜ੍ਹੀ ਜਿਹੀ ਖੁਸ਼ਾਮਦ ਕਰ ਲਓ ਨਾ, ਅਤੇ ਭਾਵੇਂ ਗਲਤੀ ਹੋਵੇ ਤਾਂ ਵੀ ਛੱਡ ਦੇਣਗੇ, ਤੋ ਉਹਨਾਂ ਦੀ ਖੁਸ਼ਾਮਦ ਕਰ ਦਿੰਦੇ ਹਨ। ਸਾਹਿਬ ਜੀ ਕਰਕੇ ਬੋਲਣਗੇ, ਅੱਛਾ ਜੀ, ਚੰਗਾ ਜੀ, ਤੁਸੀਂ ਤਾਂ ਮਹਾਨ ਹੋ ਜੀ, ਅਤੇ ਥੋੜ੍ਹੀ ਜਿਹੀ ਖੁਸ਼ਾਮਦ ਕਰ ਦਿੱਤੀ ਤਾਂ ਅਗਲਾ ਕਹਿੰਦਾ ਜਾ ਭਾਈ, ਉਹਨੂੰ ਵੀ ਮਜ਼ਾ ਆ ਜਾਂਦਾ, ਕਿਉਂਕਿ ਖੁਸ਼ਾਮਦ ਵਾਸਤੇ ਤਾਂ ਉਹ ਖੜ੍ਹਾ ਹੈ। ਅਗਰ ਕੋਈ ਖੁਸ਼ਾਮਦ ਕਰ ਰਿਹਾ ਉਹਨੂੰ ਮਜ਼ਾ ਆ ਜਾਂਦਾ, ਉਹ ਕਹਿੰਦਾ ਜਾ ਭਾਈ। ਅਤੇ ਅਗਲਾ ਜਦੋਂ ਨਿਕਲ ਜਾਂਦਾ ਹੈ ਨਾ ਖੁਸ਼ਾਮਦ ਕਰਨ ਵਾਲਾ, ਉਹ ਵੀ ਅੱਗੇ ਜਾ ਕੇ ਸੋਚਦਾ ਵੀ ਇਹਨੂੰ ਹੀ ਬੁੱਧੂ ਬਣਾਇਆ। ਇਹ ਵੀ ਬੁੱਧੂ ਬਣ ਗਿਆ, ਮਾੜੀ ਜਿਹੀ ਖੁਸ਼ਾਮਦ ਦੇ ਅਧੀਨ ਆ ਗਏ। ਅਤੇ ਕਈਆਂ ਨੂੰ ਮੱਖਣ ਲਾ ਦਿਓ, ਜਿਵੇਂ ਹਿੰਦੀ 'ਚ ਕਹਿੰਦੇ ਹਨ ਨਾ, ਪੰਜਾਬੀ 'ਚ ਕਹਿੰਦੇ ਫੂਕ ਭਰ ਦਿਓ। ਹੰਕਾਰੀ ਆਦਮੀ ਨੂੰ ਫੂਕ ਭਰ ਦਿਓ, ਮੱਖਣ ਲਾ ਦਿਓ, ਖੁਸ਼ ਹੋ ਜਾਂਦਾ। ਪਰ ਥੋੜ੍ਹਾ ਜਿਹਾ ਵੀ ਉਹਦਾ ਹੰਕਾਰ ਅਗਰ ਤੁਸੀਂ ਤੋੜਿਆ ਨਾ, ਤਾਂ ਉਹ ਬਰਦਾਸ਼ਤ ਨਹੀਂ ਕਰੇਗਾ, ਫਿਰ ਭਾਂਬੜ ਮੱਚ ਜਾਂਦੇ ਹਨ ਉਹਦੇ ਅੰਦਰ। ਫਿਰ ਨਾ ਵੀ ਗਲਤੀ ਹੋਵੇ ਨਾ ਤਾਂ ਵੀ ਉਹ ਬਰਦਾਸ਼ਤ ਨਹੀਂ ਕਰੇਗਾ, ਕਿਉਂਕਿ ਉਹਦੇ ਚੋਟ ਲੱਗ ਗਈ ਕ੍ਰੋਧ 'ਤੇ, ਹੰਕਾਰ 'ਤੇ। ਅਤੇ ਜਿਹੜੇ ਹੰਕਾਰੀ ਹਨ, ਐਸਾ ਨਹੀਂ ਹੈ ਵੀ ਵਿਨਮਰ ਦੇ ਅੰਦਰ ਹੰਕਾਰ ਨਹੀਂ ਹੈ, ਹੰਕਾਰ ਤਾਂ ਸਾਰਿਆਂ ਦੇ ਅੰਦਰ, ਇੱਕ ਭਿਖਾਰੀ ਦੇ ਅੰਦਰ ਵੀ ਹੰਕਾਰ ਹੀ ਹੁੰਦਾ। ਜਦੋਂ ਉਹ ਭੀਖ ਮੰਗਦਾ ਨਾ ਕਿਸੇ ਦੇ ਅੱਗੋਂ, ਅਤੇ ਅਗਲਾ ਅਗਰ ਦੇ ਦੇਵੇ 5-10 ਰੁਪਏ, ਉਹ ਵੀ ਅੱਗੇ ਜਾ ਕੇ ਹੱਸਦਾ ਵੀ ਚੰਗਾ ਇਹਨੂੰ ਮੂਰਖ ਬਣਾਇਆ, ਲੈ ਲੈਣਾ 10 ਰੁਪਏ। ਇਹੋ ਜਿਹੇ ਪਤਾ ਨਹੀਂ ਕਿੰਨੇ ਕੁ ਮੂਰਖ ਬਣਦੇ ਮੇਰੇ ਹੱਥ। ਅਤੇ ਕਈ ਜਿਹੜੇ ਭਿਖਾਰੀ ਆ ਉਹ ਬਹੁਤ ਮਾਲਦਾਰ ਵੀ ਹੈਗੇ, ਅਤੇ ਉਹ ਮੂਰਖ ਬਣਾ ਰਹੇ ਹਨ ਲੋਕਾਂ ਨੂੰ, ਅਤੇ ਹੱਸਦੇ ਹੋਣਗੇ ਸ਼ਾਮ ਨੂੰ ਜਾ ਕੇ ਪੈਗ ਸ਼ੈਗ ਲਾ ਕੇ ਵੀ ਦੇਖੋ ਕਿੰਨੇ ਲੋਕਾਂ ਨੂੰ ਮੂਰਖ ਬਣਾਇਆ।
ਤੋ ਉਹ ਆਪਣਾ ਹੰਕਾਰ ਪਾਲ ਰਹੇ ਹਨ। ਤੇ ਜਿਹੜਾ ਵਿਨਮਰ ਹੋ ਜਾਂਦਾ ਹੈ ਨਾ ਹੰਕਾਰ, ਤੇ ਉਹ ਵੀ ਪਾਲ ਹੀ ਰਿਹਾ ਹੈ ਨਾ, ਦੂਸਰੇ ਦੀ ਖੁਸ਼ਾਮਦ ਕਰਕੇ ਛੁੱਟ ਜਾਂਦਾ ਹੈ। ਤੇ ਹੰਕਾਰੀ ਆਦਮੀ ਜਿਹੜਾ ਹੈ, ਜਿਹਨੇ ਆਪਣੀ ਕੋਈ ਮੂਰਤੀ ਸਥਾਪਿਤ ਕਰ ਲਈ ਹੈ, ਕੋਈ ਪ੍ਰਤਿਮਾ ਘੜ ਲਈ ਹੈ, तो प्रतिमा सिर्फ ख्याली है। वो समझ रहा है मेरे हथ दे विच पावर है, ताकत है। ख्याल ही है उन्होंने पावर किन्नी का। आ देखो एक कोरोना वायरस ही आदमी नूं मार दिंदा है, जिहड़ा दिखदा भी नहीं। तो ताकत की है? ताकत तो कुछ भी नहीं है, सिर्फ ख्याल ही है मेरे अंदर ताकत है, मैं ये कर सकदा, मैं वो कर सकदा। तो ख्याल नूं लै के ही वो नाराज़ हुंदा है ना कि मेरे च बड़ी पावर है। तो हस्ती का एक ख्याल है, तदे इस ख्याल नूं मिटाउण वास्ते दूसरे ख्याल की वरतों की जाती। कहते मिटा दे है अपनी हस्ती को अगर कुछ मर्तबा चाहे, कि दाना खाक में मिलकर गुले गुलजार होता है। मिट सकती है हस्ती क्योंकि ख्याली है। रोज़ रोज़ तुसीं बना रहे हो, उन्होंने कट रहे हो, उन्होंने सवारते हो, उन्होंने शंगारते हो, रोज़ ही दसना पैंदा है लोगों नूं तुसीं कौन हो। ख्याल रखना पैंदा है किते डिग ना पवे। अगर निंदा हो रही होवे तुहाडी, तुसीं नाराज़ हुंदे हो, क्यों हुंदे हो? तुहाडी प्रतिमा डिग रही हुंदी है, तुसीं निंदा नहीं अपनी चाहुंदे हो कराउणी। फिर निंदा होगी तो मैं कौन रहा? फिर तो कुछ भी नहीं रहा। तो उन्होंने स्थापित करने वास्ते फिर उहदे ते मिट्टी पाउंदे हो, वो साफ सुथरा करते हो, रोज़ धूड़ झाड़ते हो, रोज़ धूड़ जमदी है। हाउंदी रोज़ रोज़ धूड़ जम रही है, रोज़ रोज़ तुसीं सवारते हो, प्रतिमा नूं कढ़ते हो, बनाउंदे हो, ते स्थाई नहीं है। तो फिर इन्नी पक्की नहीं है भी जिहदे तोड़न वास्ते आपां नूं बहुत मेहनत करनी पवेगी। ख्याल विच रखो, ये सिर्फ बुझे, जिहड़ा बुझ लैंदा है ना तो उहदी मिट जांदी है, क्योंकि वो छड्ड दिंदा है।